Hello, aspirants. How are you all? I hope everyone is doing good and working hard. ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਐਗਜ਼ਾਮਸ ਨਿਕਲੇ ਨੇ, ਜਿਵੇਂ ਕਿ ਪਟਵਾਰੀ 2023 ਹੋ ਗਿਆ, ਸਬ ਇੰਸਪੈਕਟਰ ਹੋ ਗਿਆ। ਸੋ ਇਹਦੇ ਲਈ ਕਲਚਰ ਆਫ ਪੰਜਾਬ ਸਾਨੂੰ ਸਾਰਿਆਂ ਨੂੰ ਉਹਦੇ ਬਾਰੇ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਸੋ ਪਾਰਟ 9 ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਲਚਰ ਆਫ ਪੰਜਾਬ ਦੇ ਬਾਰੇ, ਜਿਹਦੇ ਵਿੱਚ ਮੈਂ ਡਿਸਕਸ ਕੀਤਾ ਸੀ ਗੁਰਦੁਆਰਾ ਸਾਹਿਬ ਦੇ ਬਾਰੇ, ਟੈਂਪਲਸ ਦੇ ਬਾਰੇ, ਫੋਰਟਸ ਐਂਡ ਪੈਲੇਸਿਸ ਦੇ ਬਾਰੇ, ਮਿਊਜ਼ੀਅਮਸ, ਮੌਸਕਿਊਸ ਦੇ ਬਾਰੇ। ਸੋ ਹੁਣ ਅਸੀਂ ਅੱਜ ਇਸ ਪਾਰਟ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਖਾਣ ਪੀਣ ਦੇ ਬਾਰੇ, ਫੋਕ ਡਾਂਸਸ ਦੇ ਬਾਰੇ। ਸੋ ਸਟਾਰਟ ਕਰਦੇ ਹਾਂ। ਸਟਾਰਟ ਕਰਨ ਤੋਂ ਪਹਿਲੇ ਮੇਰੀ ਇੱਕ ਰਿਕੁਐਸਟ ਹੈ ਕਿ ਜਿਹੜੇ ਪਹਿਲੀ ਵਾਰ ਚੈਨਲ ਤੇ ਆਏ ਨੇ, ਫਟਾਫਟ ਜਾ ਕੇ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਤੱਕ ਇਹ ਵੀਡੀਓ ਪਹੁੰਚ ਸਕੇ। ਚਲਿਏ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੇ ਅਸੀਂ ਫੈਸਟੀਵਲਸ ਦੀ ਗੱਲ ਕਰ ਲੈਂਦੇ ਹਾਂ। ਸੋ ਫੈਸਟੀਵਲਸ ਦੇ ਵਿੱਚ ਜਿਹੜੇ ਇੰਡੀਆ ਦੇ ਨਾਲ ਰਿਲੇਟਡ ਫੈਸਟੀਵਲਸ ਨੇ ਕੁਝ, ਜਿਹੜੇ ਕਿ ਪੰਜਾਬ ਦੇ ਵਿੱਚ ਵੀ ਐਜ਼ ਇਟ ਇਜ਼ ਹੀ ਮਨਾਏ ਜਾਂਦੇ ਨੇ, ਉਹ ਹੈਗੇ ਨੇ ਦੁਸਹਿਰਾ ਤੇ ਦੀਵਾਲੀ। ਐਜ਼ ਪਰ ਇੰਡੀਅਨ ਟ੍ਰੈਡੀਸ਼ਨ ਸੈਲੀਬ੍ਰੇਟਡ ਇਨ ਪੰਜਾਬ ਐਜ਼ ਵੈਲ। ਸੋ ਜਿੱਦਾਂ ਪੂਰੇ ਇੰਡੀਆ ਦੇ ਵਿੱਚ ਦੁਸਹਿਰਾ ਤੇ ਦੀਵਾਲੀ ਇਹ ਦੋ ਤਿਉਹਾਰ ਮਨਾਏ ਜਾਂਦੇ ਨੇ, ਸੇਮ ਟੂ ਸੇਮ ਪੰਜਾਬ ਦੇ ਵਿੱਚ ਵੀ ਦੁਸਹਿਰਾ ਤੇ ਦੀਵਾਲੀ ਮਨਾਏ ਜਾਂਦੇ ਆ। ਫਿਰ ਅਸੀਂ ਅਗਰ ਸਟਾਰਟਿੰਗ ਤੋਂ ਗੱਲ ਕਰੀਏ ਕਿ ਈਅਰ ਦੇ ਸਟਾਰਟਿੰਗ ਤੋਂ ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਤਿਉਹਾਰ ਆਉਂਦਾ ਹੈ ਉਹ ਹੈਗਾ ਹੈ ਜੀ 13 ਜਨਵਰੀ ਨੂੰ ਆਉਂਦਾ ਹੈ ਲੋਹੜੀ। ਸੋ 13 ਡੇ ਆਫ ਜਨਵਰੀ ਨੂੰ ਲੋਹੜੀ ਸੈਲੀਬ੍ਰੇਟ ਕੀਤਾ ਜਾਂਦਾ ਹੈ। ਫਿਰ ਆਉਂਦੀ ਹੈ ਬਸੰਤ ਪੰਚਮੀ, ਜਿਹੜੀ ਕਿ ਮਾਰਚ ਦੇ ਮਹੀਨੇ ਆਉਂਦੀ ਹੈ, ਤੇ ਇਹ ਸਾਨੂੰ ਦੱਸਦੀ ਹੈ ਕਿ ਸਪਰਿੰਗ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਔਰ ਇਹ ਜੋ ਇਹਦੀ ਸਟਾਰਟਿੰਗ ਕੀਤੀ ਸੀ ਇਸ ਤਿਉਹਾਰ ਨੂੰ ਮਨਾਉਣ ਦੀ, ਉਹ ਕੀਤੀ ਸੀ ਮਹਾਰਾਜਾ ਜਗਤਜੀਤ ਸਿੰਘ ਜੀ ਨੇ, ਜਿਹੜੇ ਕਿ ਰੂਲਰ ਸੀਗੇ ਕਪੂਰਥਲਾ ਪ੍ਰਿੰਸਲੀ ਸਟੇਟ ਦੇ ਉਸ ਵੇਲੇ। ਉਹਨਾਂ ਨੇ ਇਹ ਸਟਾਰਟਿੰਗ ਕੀਤੀ ਸੀ। ਫਿਰ ਆਉਂਦਾ ਹੈ ਹੋਲਾ ਮੁਹੱਲਾ, ਇਹ ਵੀ ਮਾਰਚ ਦੇ ਮਹੀਨੇ ਮਨਾਇਆ ਜਾਂਦਾ ਹੈ, ਤੇ ਇਹ ਸਟਾਰਟ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਕਿੱਥੇ ਕੀਤਾ ਸੀ? ਅਨੰਦਪੁਰ ਸਾਹਿਬ ਕੀਤਾ ਸੀ। ਕਾਹਦੇ ਵਾਸਤੇ ਕੀਤਾ ਸੀ? ਮਿਲਿਟਰਾਈਜੇਸ਼ਨ ਆਫ ਸਿੱਖ ਫੋਲੋਅਰਸ ਇਨਟੂ ਦ ਆਰਡਰ ਆਫ ਨਿਹੰਗਸ ਵੈਰੀਅਰਸ। ਫਿਰ ਆਉਂਦਾ ਦ ਮੋਸਟ ਇੰਪੋਰਟੈਂਟ ਫੈਸਟੀਵਲ ਆਫ ਪੰਜਾਬ, ਦੈਟ ਇਜ਼ ਵਿਸਾਖੀ। ਮੋਸਟ ਇੰਪੋਰਟੈਂਟ ਇੱਥੇ ਮੈਂ ਕਿਉਂ ਬੋਲ ਰਹੀ ਹਾਂ? ਕਿਉਂਕਿ ਇਹ ਐਜ਼ ਅ ਸਾਕਾ ਕੈਲੰਡਰ ਦੇ ਅਕੋਰਡਿੰਗ ਨਿਊ ਈਅਰ ਡੇ ਮੰਨਿਆ ਜਾਂਦਾ ਹੈ। ਆਪਾਂ ਅਗਰ ਸਾਕਾ ਕੈਲੰਡਰ ਦੀ ਗੱਲ ਕਰੀਏ ਤਾਂ ਪਹਿਲਾ ਦਿਨ ਸਾਲ ਦਾ ਵਿਸਾਖੀ ਹੁੰਦਾ ਹੈ। ਔਰ ਅਗਰ ਅਸੀਂ ਗ੍ਰਿਗੋਰੀਅਨ ਕੈਲੰਡਰ, ਜਿਹੜਾ ਕਿ ਅਸੀਂ ਮੋਡਰਨ ਕੈਲੰਡਰ ਮੰਨਦੇ ਆ ਰਹੇ ਹਾਂ, ਜਿਹੜਾ ਕਿ ਸ਼ੁਰੂਆਤ ਹੁੰਦੀ ਹੈ 1 ਜਨਵਰੀ ਤੋਂ, ਉਹਦੇ ਅਕੋਰਡਿੰਗ ਇਹ April 13 ਨੂੰ ਮਨਾਇਆ ਜਾਂਦਾ ਹੈ। ਸੋ April 13 ਨੂੰ ਵਿਸਾਖੀ ਸੈਲੀਬ੍ਰੇਟ ਕੀਤੀ ਜਾਂਦੀ ਹੈ। ਫਿਰ ਆਉਂਦੇ ਨੇ ਗੁਰਪੁਰਬ। ਸਾਨੂੰ ਪਤਾ ਹੈ ਕਿ ਸਾਡੇ 10 ਗੁਰੂ ਹੋਏ ਨੇ, ਉਹਨਾਂ ਦੇ ਬਰਥ ਡੇਟ ਦੇ ਰਿਸਪੈਕਟ ਨਾਲ ਜਾਂ ਉਹਨਾਂ ਦੇ ਸ਼ਹੀਦੀ ਦਿਵਸ ਦੇ ਰਿਸਪੈਕਟ ਦੇ ਨਾਲ ਸਿੱਖ ਗੁਰੂਜ਼ ਦੀ ਗੁਰਪੁਰਬ ਮਨਾਇਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਆਉਂਦਾ ਹੈ ਜੀ ਨਿਮਾਨੀ ਕਾਸਤੀ, 11th ਡੇ ਆਫ ਬ੍ਰਾਈਟ, ਹਾਫ ਆਫ ਜੇਠ। ਜੇਠ ਦੇ ਮਹੀਨੇ ਮੇਨਲੀ ਮਈ ਜੂਨ, ਅਗਰ ਆਪਾਂ ਗ੍ਰਿਗੋਰੀਅਨ ਕੈਲੰਡਰ ਦੀ ਗੱਲ ਕਰੀਏ, ਮਈ ਜੂਨ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ। ਔਰ ਇਹਦੇ 11th ਡੇ ਜਿਹੜਾ ਹੁੰਦਾ ਜੇਠ ਮਹੀਨੇ ਦਾ, ਇਸ ਦਿਨ ਨਿਮਾਨੀ ਕਾਸਤੀ ਨਾਮ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜਿਹਦੇ ਵਿੱਚ ਮੇਨਲੀ ਛਬੀਲ ਲਗਾਈ ਜਾਂਦੀ ਹੈ, ਕਿਉਂਕਿ ਬਹੁਤ ਗਰਮੀ ਹੁੰਦੀ ਹੈ, ਇਸ ਲਈ ਜਗ੍ਹਾ ਜਗ੍ਹਾ ਤੇ ਛਬੀਲ ਲੱਗੀ ਹੁੰਦੀ। ਫਿਰ ਆਉਂਦਾ ਹੈ ਜੀ ਰੱਖੜੀ ਤਿਉਹਾਰ। ਰੱਖੜੀ ਤਿਉਹਾਰ ਇੰਡੀਆ ਦੇ ਵਿੱਚ ਵੀ ਮਨਾਇਆ ਜਾਂਦਾ ਹੈ, ਮੋਸਟਲੀ ਹਰ ਜਗ੍ਹਾ ਮਨਾਇਆ ਜਾਂਦਾ, ਜਿਹਦੇ ਵਿੱਚ ਭਰਾ ਨੂੰ ਇੱਕ ਭੈਣ ਰੱਖੜੀ ਬੰਨ੍ਹਦੀ ਹੈ ਤੇ ਉਹਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ। ਔਰ ਇਹ ਕਦੋਂ ਮਨਾਇਆ ਜਾਂਦਾ? ਭਾਦੋ ਦੇ ਮਹੀਨੇ ਮਨਾਇਆ ਜਾਂਦਾ, ਜਦੋਂ ਕਿ ਪੂਰਾ ਚੰਦਰਮਾ ਨਿਕਲਿਆ ਹੁੰਦਾ। ਉਸ ਤੋਂ ਬਾਅਦ ਆਉਂਦਾ ਜੀ ਦੁਸਹਿਰਾ ਤੇ ਦੀਵਾਲੀ। ਫਿਰ ਹੈਰੀਟੇਜ ਫੈਸਟੀਵਲਸ ਦੀ। ਹੁਣ ਹੈਰੀਟੇਜ ਫੈਸਟੀਵਲਸ ਜਿਹੜੇ ਹੈਗੇ ਨੇ ਉਹ ਇੱਕ ਜਗ੍ਹਾ ਦੇ ਰਿਲੇਟਡ ਨੇ। ਸੋ ਪੰਜਾਬ ਦੇ 5 ਹੈਰੀਟੇਜ ਫੈਸਟੀਵਲਸ ਨੇ। ਇੱਕ ਤਾਂ ਜੀ ਪਟਿਆਲੇ ਆ। ਪਟਿਆਲੇ ਦੇ ਵਿੱਚ 2003 ਤੋਂ ਸਟਾਰਟ ਕੀਤਾ ਸੀ, ਕਿਲ੍ਹਾ ਮੁਬਾਰਕ ਕੰਪਲੈਕਸ ਦੇ ਵਿੱਚ 10 ਦਿਨ ਦਾ ਇਹ ਫੈਸਟੀਵਲ ਹੁੰਦਾ। ਫਿਰ ਆਉਂਦਾ ਰੂਪਨਗਰ ਦੇ ਵਿੱਚ ਸੂਫੀ ਮਿਊਜ਼ਿਕ ਦੇ ਰਿਲੇਟਡ ਪੰਜਾਬੀ ਆਰਟਿਸਟਿਕ ਟੈਲੈਂਟ ਦਿਖਾਇਆ ਜਾਂਦਾ। ਕਪੂਰਥਲਾ ਦੇ ਵਿੱਚ ਇਹ ਯਾਦ ਰੱਖਣਾ, ਬਾਬਾ ਜੱਸਾ ਸਿੰਘ ਆਹਲੂਵਾਲੀਆ ਹੈਰੀਟੇਜ ਫੈਸਟੀਵਲ, ਇਹ ਨਾਮ ਹੈ ਫੈਸਟੀਵਲ ਦਾ, ਐਟ ਜਗਤਜੀਤ ਪੈਲੇਸ ਮੇਨਲੀ ਇਹ ਕਪੂਰਥਲਾ ਵਿਖੇ ਮਨਾਇਆ ਜਾਂਦਾ। ਫਿਰ ਆਉਂਦਾ ਜੀ ਅੰਮ੍ਰਿਤਸਰ ਦੇ ਵਿੱਚ ਕਲਚਰਲ ਪ੍ਰੋਗਰਾਮਸ, ਬਹੁਤ ਸਾਰੇ ਕਲਚਰਲ ਪ੍ਰੋਗਰਾਮਸ ਹੁੰਦੇ ਨੇ ਅੰਮ੍ਰਿਤਸਰ ਦੇ ਵਿੱਚ। ਫਿਰ ਆਉਂਦਾ ਕਿਲ੍ਹਾ ਰਾਏਪੁਰ ਸਪੋਰਟਸ ਫੈਸਟੀਵਲ। ਇਹ ਆਪਾਂ ਪਹਿਲੇ ਵੀ ਪੜ੍ਹਿਆ, ਸਪੋਰਟਸ ਫੈਸਟੀਵਲ
सॉरी आगे पढ़ांगे। किला रायपुर स्पोर्ट्स फेस्टिवल इन February every year. The Kila Raipur Sports Festival takes place, showcasing bullocks, dogs, mules, camel and other animal races ਹੁੰਦੀ ਹੈ ਐਨੀਮਲਸ ਦੇ ਵਿੱਚ। ਸੋ ਫੈਬਰਰੀ ਦੇ ਮਹੀਨੇ ਹੁੰਦੀ ਹੈ, ਕਿਲਾ ਰਾਏਪੁਰ ਸਪੋਰਟਸ ਫੈਸਟੀਵਲ ਹੁੰਦਾ ਹੈ, ਠੀਕ ਹੈ ਜੀ। ਫਿਰ ਆਉਂਦੇ ਨੇ ਮਿਊਜ਼ੀਕਲ ਇੰਸਟਰੂਮੈਂਟਸ ਆਫ ਪੰਜਾਬ। ਸੋ ਇੱਥੇ ਬਹੁਤ ਸਾਰੇ ਮਿਊਜ਼ੀਕਲ ਇੰਸਟਰੂਮੈਂਟਸ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ। ਸੋ ਫਸਟ ਹੈ ਢੋਲ। ਢੋਲ ਨੂੰ ਜਿਹੜਾ ਵਜਾਉਂਦਾ ਹੈ, ਡਰਮਰ ਇਜ਼ ਕਾਲਡ ਢੋਲੀ, ਠੀਕ ਹੈ। ਜਿਹੜਾ ਢੋਲ ਨੂੰ ਵਜਾਉਂਦਾ ਉਹਨੂੰ ਢੋਲੀ ਕਿਹਾ ਜਾਂਦਾ ਹੈ, ਤੇ ਜਿਹੜੀ ਸਟਿਕ ਦੇ ਨਾਲ ਉਹ ਵਜਾਉਂਦਾ ਹੈ ਉਹਨੂੰ ਡਗਾ ਕਿਹਾ ਜਾਂਦਾ ਹੈ, ਠੀਕ ਹੈ। ਫਿਰ ਆਉਂਦਾ ਧੜ। ਇਹ ਡਮਰੂ ਸਟਾਈਲ ਹੁੰਦਾ ਹੈ ਤੇ ਇੱਕ ਹੱਥ ਦੇ ਵਿੱਚ ਇਹਨੂੰ ਫੜਿਆ ਜਾਂਦਾ ਹੈ। ਫਿਰ ਹੈ ਜੀ ਤੂੰਬੀ। ਤੂੰਬੀ ਜਿਹੜਾ ਹੈ ਬੇਸਡ ਔਨ ਇੱਕ ਤਾਰਾ ਕੰਸੈਪਟ, ਮਤਲਬ ਜਿਹੜੀ ਵਨ ਸਟਰਿੰਗ ਹੁੰਦੀ ਨਾ ਉਸ ਕੰਸੈਪਟ ਦੇ ਉੱਪਰ ਹੈ ਤੂੰਬੀ ਬਣਾਇਆ ਗਿਆ। ਨੈਕਸਟ ਹੈ ਚਿਮਟਾ। ਇਹ ਹੈ ਟਵੈਂਗ ਟਾਈਪ ਹੁੰਦਾ ਹੈ, ਤੇ ਜਿਹੜੇ ਮੋਸਟਲੀ ਨਾਥ ਹੁੰਦੇ ਨੇ ਤੇ ਜੋਗੀਜ਼ ਹੁੰਦੇ ਨੇ ਉਹ ਇਹਨੂੰ ਯੂਜ਼ ਕਰਦੇ ਨੇ। ਫਿਰ ਉਸ ਤੋਂ ਬਾਅਦ ਆਉਂਦੀ ਹੈ ਡਫਲੀ। ਡਫਲੀ ਨੂੰ ਕਹਿੰਦੇ ਆ ਟੈਪਲਰ ਤੇ ਸੈਪ ਨੂੰ ਕਹਿੰਦੇ ਆ ਕਲੈਪਰ। ਫਿਰ ਹੈ ਘੜਾ। ਘੜਾ ਜਿਹੜਾ ਹੈ ਨੋਰਮਲ ਜਿਹੜੇ ਮਟਕੇ ਹੁੰਦੇ ਆ ਉਹਨਾਂ ਨੂੰ ਹੀ ਘੜਾ ਕਿਹਾ ਜਾਂਦਾ ਹੈ, ਤੇ ਇਹਦੇ ਨਾਲ ਬਹੁਤ ਵਧੀਆ ਵਧੀਆ ਟਿਊਨਸ ਕੱਢੀਆਂ ਜਾਂਦੀਆਂ ਨੇ, ਇਹਨੂੰ ਅਰਥਨ ਪਿਚਰ ਵੀ ਕਿਹਾ ਜਾਂਦਾ ਹੈ। ਫਿਰ ਆਉਂਦੀ ਹੈ ਸਾਰੰਗੀ। ਸਾਰੰਗੀ ਜਿਹੜੀ ਹੈ ਕਿ ਵੁਡਨ ਇੰਸਟਰੂਮੈਂਟ ਹੁੰਦਾ ਜਿਹੜਾ ਕਿ 2 feet ਲੌਂਗ ਹੁੰਦਾ ਹੈ ਅਪਰੋਕਸੀਮੇਟਲੀ, ਤੇ ਇੱਕ ਸੌਰੰਗ ਮਤਲਬ 100 ਕਲਰਸ ਨਾਮ ਤੋਂ ਇਹ ਵਰਡ ਡਿਰਾਈਵ ਕੀਤਾ ਗਿਆ ਹੈ। ਇਹਦੇ ਵਿੱਚ 100 ਕਲਰਸ ਹੁੰਦੇ ਨੇ। ਫਿਰ ਆਉਂਦਾ ਬੁਗਚੂ। ਬੁਗਚੂ ਜਿਹੜਾ ਹੈਗਾ ਡਰਾਈਡ ਗਾਰਡ। ਘੀਏ ਨੂੰ ਡਰਾਈ ਕਰਕੇ, ਘੀਆ ਜਿਹੜਾ ਜਿਹੜੀ ਵੈਜੀਟੇਬਲ ਹੈ ਉਹਨੂੰ ਡਰਾਈ ਕਰਕੇ ਇਹ ਵਾਲਾ ਇੰਸਟਰੂਮੈਂਟ ਬਣਾਇਆ ਜਾਂਦਾ ਜਿਹਨੂੰ ਕਹਿੰਦੇ ਬੁਗਚੂ। ਤੇ ਇਹ ਜਿਹੜਾ ਹੈ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਹਦੇ ਵਿੱਚ ਪੁੱਛਿਆ ਜਾਂਦਾ ਹੈ, ਕਾਫੀ ਵਾਰੀ ਦੇਖਣ ਨੂੰ ਵੀ ਮਿਲਿਆ ਕਿ ਕਿਹੜਾ ਇੰਸਟਰੂਮੈਂਟ ਹੈ ਜਿਹੜਾ ਕਿ ਘੀਏ ਨੂੰ ਡਰਾਈ ਕਰਕੇ ਬਣਾਇਆ ਜਾਂਦਾ। ਸੋ ਉਹਦਾ ਨਾਮ ਹੈ ਬੁਗਚੂ। ਫਿਰ ਆਉਂਦਾ ਹੈ ਅਲਗੋਜ਼ਾ। ਅਲਗੋਜ਼ਾ ਜਿਹੜਾ ਹੈ ਉਹ ਵੁਡਨ ਫਲੂਟ ਹੁੰਦੀ ਹੈ, ਬਾਂਸੁਰੀ ਹੁੰਦੀ ਹੈ, ਠੀਕ ਹੈ। ਫਿਰ ਆਉਂਦੇ ਟੌਸ। ਇਹ ਡਿਜ਼ਾਈਨ ਕੀਤਾ ਸੀਗਾ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ। ਉਹਨਾਂ ਨੇ ਡਿਜ਼ਾਈਨ ਕੀਤਾ। ਇਹ ਵੀ ਬਹੁਤ ਵਾਰ ਪੁੱਛਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਇੰਸਟਰੂਮੈਂਟ ਡਿਜ਼ਾਈਨ ਕੀਤਾ, ਤਾਂ ਉਹਦਾ ਨਾਮ ਹੈ ਟੌਸ। ਜਾਂ ਫਿਰ ਕਹਿ ਸਕਦੇ ਹਾਂ ਕਿ ਟੌਸ ਜਿਹੜਾ ਇੰਸਟਰੂਮੈਂਟ ਹੈ ਉਹ ਕਿਹੜੇ ਗੁਰੂ ਨੇ ਡਿਜ਼ਾਈਨ ਕੀਤਾ। ਇਹ 2 ਟਾਈਪ ਦੇ ਕੁਐਸਚਨ ਬਣਦੇ ਆ। ਫਿਰ ਆਉਂਦਾ ਰਬਾਬ। ਰਬਾਬ ਵੀ ਇੰਪੋਰਟੈਂਟ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜੇ ਭਾਈ ਗੁਰਦਿੱਤਾ ਜੀ ਸੀਗੇ ਉਹ ਵਜਾਉਂਦੇ ਸੀਗੇ, ਉੱਥੇ ਵੀ ਮੈਂਸ਼ਨ ਕੀਤਾ ਸੀਗਾ ਮੈਂ। ਰਬਾਬ 4 ਸਟਰਿੰਗਸ ਹੁੰਦੀਆਂ ਇਹਦੇ ਵਿੱਚ, ਤੇ ਮੋਸਟਲੀ ਸ਼ਬਦ ਗਾਉਣ ਵੇਲੇ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਫਿਰ ਆਉਂਦਾ ਹੈ ਜੀ ਤਾਨਪੁਰਾ। 3 ਸਟੀਲ ਸਟਰਿੰਗਸ ਹੁੰਦੀਆਂ ਇਹਦੇ ਵਿੱਚ, ਸਟੀਲ ਦੀਆਂ 3 ਸਟਰਿੰਗਸ ਹੁੰਦੀਆਂ ਤੇ ਇੱਕ ਬ੍ਰਾਸ ਦੀ ਹੁੰਦੀ ਆ। 4 ਟੋਟਲ ਸਟਰਿੰਗਸ ਹੁੰਦੀਆਂ ਨੇ ਜਿਨ੍ਹਾਂ ਚੋਂ 3 ਸਟੀਲ ਦੀ ਹੁੰਦੀ ਹੈ, ਇੱਕ ਬ੍ਰਾਸ ਦੀ ਹੁੰਦੀ ਹੈ। ਫਿਰ ਆਉਂਦਾ ਪਖਾਵਾਜ। ਇਹ ਹੁੰਦਾ ਹੈ ਮ੍ਰਿਦੰਗਮ ਵਰਜਨ ਹੈ ਇਹਦਾ, ਠੀਕ ਹੈ ਜੀ। ਫਿਰ ਉਸ ਤੋਂ ਤਬਲਾ ਹੈ। ਤਬਲਾ ਮੋਸਟਲੀ ਸਭ ਨੇ ਦੇਖਿਆ ਹੋਇਆ ਹੈ। ਪੇਅਰ ਆਫ ਡਰਮਸ ਹੁੰਦੇ ਆ ਜਿਨ੍ਹਾਂ ਵਿੱਚੋਂ ਇੱਕ ਵੱਡਾ ਡਰਮ ਹੁੰਦਾ ਹੈ ਤੇ ਇੱਕ ਛੋਟਾ ਡਰਮ ਹੁੰਦਾ ਹੈ। 2 ਪੇਅਰਸ ਹੁੰਦੇ ਉਹਨਾਂ ਨੂੰ ਤਬਲਾ ਕਿਹਾ ਜਾਂਦਾ। ਫਿਰ ਆਉਂਦਾ ਸਰੰਗਾ। ਇਹ ਟੁੱਕ ਬਰਥ ਫਰੋਮ 5th ਗੁਰੂ ਪੈਸ਼ਨ ਫॉर ਮਿਊਜ਼ਿਕ। 5th ਗੁਰੂ ਜਿਹੜੇ ਸਾਡੇ ਸੀਗੇ ਗੁਰੂ ਅਰਜਨ ਦੇਵ ਜੀ, ਉਹ ਬਹੁਤ ਪੈਸ਼ਨੇਟ ਸੀ ਮਿਊਜ਼ਿਕ ਤੇ, ਉਹਨਾਂ ਦਾ ਪੈਸ਼ਨ ਸੀ ਮਿਊਜ਼ਿਕ, ਤੇ ਉਹਨਾਂ ਨੇ ਸਰੰਦਾ ਇੰਸਟਰੂਮੈਂਟ ਦੀ ਬਣਾਇਆ ਸੀ। ਫਿਰ ਆਉਂਦਾ ਸਰੋਦ। ਇਨਵੈਂਟਡ ਬਾਈ ਭਰਤ ਮੁਨੀ ਮੈਲੋਡੀ ਇਨ ਪਰਸ਼ੀਅਨ ਲੈਂਗੁਏਜ। ਆਹ ਜਿਹੜੇ 5 ਹੈ ਨਾ ਇਹ ਮੋਸਟ ਇੰਪੋਰਟੈਂਟ ਨੇ, ਇਹ ਕਿਸੇ ਨਾ ਕਿਸੇ ਨੇ ਇਨਵੈਂਟ ਕੀਤੇ ਹੈ। ਸੋ ਕਿੰਨੇ ਇਨਵੈਂਟ ਕੀਤੇ ਆ ਉਹ ਤੁਸੀਂ ਯਾਦ ਕਰਨਾ। ਫਿਰ ਆਉਂਦਾ ਸਿਤਾਰ ਜਿਹੜਾ 3 ਸਟਰਿੰਗਸ ਦਾ ਹੁੰਦਾ। ਫਿਰ ਆਉਂਦਾ ਕਾਟੋ। ਕਾਟੋ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੈ। ਸਕੁਇਰਲ ਕਿਹਾ ਜਾਂਦਾ ਇਹਨੂੰ, ਤੇ ਲੋ ਕਲੈਪ ਸਾਊਂਡ ਇਹ ਪ੍ਰੋਡਿਊਸ ਕਰਦਾ। ਮੋਸਟਲੀ ਭੰਗੜੇ ਦੇ ਵਿੱਚ ਇਹਨੂੰ ਯੂਜ਼ ਕੀਤਾ ਜਾਂਦਾ। ਹੁਣ ਅਸੀਂ ਗੱਲ ਕਰਦੇ ਹਾਂ ਜੀ ਔਰਨਾਮੈਂਟਸ ਆਫ ਪੰਜਾਬ। ਔਰਨਾਮੈਂਟਸ ਜਿਹੜੇ ਹੈ ਵਿਮਨ ਦੁਆਰਾ ਵੀ ਵੇਅਰ ਕੀਤੇ ਜਾਂਦੇ ਨੇ ਤੇ ਮੈਨ ਦੁਆਰਾ ਵੀ ਵੇਅਰ ਕੀਤੇ ਜਾਂਦੇ ਨੇ। ਆਹ ਦੇਖੋ ਤੁਹਾਡੇ ਸਾਹਮਣੇ ਇੱਕ ਪਿਕਚਰ ਹੈ ਮੈਂ ਇੱਥੇ ਪ੍ਰੋਵਾਈਡ ਕੀਤੀ, ਜਿਹਦੇ ਵਿੱਚ ਆਹ ਮਾਂਗ ਟਿੱਕਾ ਹੈ ਤੇ ਆਹ ਬਾਲੀਆਂ ਨੇ। ਇੱਦਾਂ ਹੀ ਆਹ ਸਾਰੇ ਵੇਅਰ ਕੀਤੇ ਜਾਂਦੇ ਨੇ। ਆਪਾਂ ਡਿਟੇਲ ਦੇ ਵਿੱਚ ਪੜ੍ਹ ਲੈਂਦੇ ਹਾਂ, ਪਹਿਲੇ ਵੂਮਨ ਦੇ ਪੜ੍ਹਦੇ ਹਾਂ। ਜਿਹੜੇ ਕਿ ਮੱਥੇ ਉੱਪਰ ਹੈੱਡ ਦੇ ਉੱਪਰ ਵੇਅਰ ਕੀਤੇ ਜਾਂਦੇ ਨੇ ਉਹਦੇ ਚੌਂਕ ਤੇ ਮੌਲੀ। ਇਹ 2 ਚੀਜ਼ਾਂ ਹੈ ਜਿਹੜੇ ਕਿ ਵਿਮਨ ਹੈੱਡ ਦੇ ਉੱਪਰ ਵੇਅਰ ਕਰਦੀਆਂ ਨੇ।
ਫਿਰ ਆਉਂਦਾ ਜੀ ਫੋਰਹੈਡ, ਮੱਥੇ ਦੇ ਉੱਪਰ ਦਮਨੀ ਹੁੰਦੀ ਹੈ, ਬਰਵਾਤਾ ਹੁੰਦਾ ਹੈ ਤੇ ਕਸ਼ਾਕਾ ਹੁੰਦਾ ਹੈ, ਠੀਕ ਹੈ। ਫਿਰ ਕੰਨਾਂ ਦੀ ਗੱਲ ਕਰੀਏ ਤੇ ਕੰਨਾਂ 'ਚ ਹੁੰਦਾ ਤੇੜੂ, ਕੰਟਾਲਾ, ਖਾਲੀ ਤੇ ਫੁੰਮੀ। ਫਿਰ ਅਗਰ ਗਰਦਨ ਤੇ ਆਈਏ ਤੇ ਗਰਦਨ ਦੇ ਵਿੱਚ ਹੁੰਦਾ ਹੌਲਦਿਲ, ਕੰਦੀ, ਗੁਲਾਬੰਦ, ਹੱਸ ਤੇ ਮੋਹੜਾ। ਫਿਰ ਅਗਰ ਨੱਕ ਦੀ ਗੱਲ ਕਰੀਏ ਤੇ ਨੱਕ ਦੇ ਵਿੱਚ ਹੁੰਦਾ ਹੈ ਬੁੱਲਕ, ਫੁੱਲੀ, ਬੋਹਰ ਤੇ ਲੌਂਗ। ਫਿਰ ਅਗਰ ਆਪਾਂ ਕਲਾਈ ਦੀ ਗੱਲ ਕਰੀਏ, ਰਿਸਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਉਂਦਾ ਹੈ ਪੌਂਚੀਆਂ, ਬਨਕਾਂ, ਬੈਨ ਤੇ ਚਨਕੰਗਨ। ਸੋ ਇਹ ਸਾਰੇ ਤਾਂ ਔਰਨਾਮੈਂਟਸ ਹੋ ਗਏ ਜਿਹੜੇ ਪੰਜਾਬਣਾਂ ਵੇਅਰ ਕਰਦੀਆਂ ਨੇ, ਤੇ ਇਹ ਮੋਸਟਲੀ ਜਦੋਂ ਗਿੱਧਾ ਫੋਕ ਡਾਂਸ ਕਰਦੀਆਂ ਨੇ ਉਦੋਂ ਹੀ ਵੇਅਰ ਕਰਦੀਆਂ ਨੇ, ਜਾਂ ਫਿਰ ਕੋਈ ਮੇਲਾ ਜਾਂ ਫਿਰ ਕੋਈ ਫੈਸਟੀਵਲ ਹੋਵੇ ਉਸ ਵੇਲੇ ਵੇਅਰ ਕੀਤੀਆਂ ਜਾਂਦੀਆਂ ਨੇ। ਹੁਣ ਅਸੀਂ ਗੱਲ ਕਰਦੇ ਹਾਂ ਬੰਦਿਆਂ ਦੀ, ਬੰਦੇ ਕਿਹੜੇ ਔਰਨਾਮੈਂਟਸ ਵੇਅਰ ਕਰਦੇ ਨੇ। ਸੋ ਹੈਡ ਦੇ ਉੱਪਰ, ਸਿਰ ਦੇ ਉੱਪਰ ਉਹ ਵੇਅਰ ਕਰਦੇ ਨੇ ਸਰਪੇਸ਼ ਜਾਂ ਫਿਰ ਕੰਘੀ, ਮੁਕੁਟ ਜਾਂ ਫਿਰ ਕੁੱਤਾ ਬੱਲੀਦਾਰ। ਫਿਰ ਅਗਰ ਕੰਨਾਂ ਦੀ ਗੱਲ ਕਰੀਏ ਤਾਂ ਕੰਨਾਂ ਦੇ ਵਿੱਚ ਉਹ ਪਾਉਂਦੇ ਨੇ ਮੁਰਕੀ, ਬਾਲਾ, ਦੂਰ ਤੇ ਬੀਰਬਲੀ। ਰਿਸਟ ਕਲਾਈ ਦੀ ਗੱਲ ਕਰੀਏ ਤਾਂ ਪੌਂਚੀ ਪਾਈ ਜਾਂਦੀ ਹੈ ਤੇ ਘੁੰਗਰੂ ਪਾਈ ਜਾਂਦੀ ਹੈ। ਗਰਦਨ ਦੇ ਵਿੱਚ ਕੰਠ, ਜਿਹਨੂੰ ਆਪਾਂ ਕੈਂਠਾ ਵੀ ਬੋਲ ਦਿੰਦੇ ਹਾਂ, ਕੈਂਠਾ ਭੰਗੜੇ ਦੇ ਵਿੱਚ ਆਪਾਂ ਦੇਖਿਆ ਹੋਇਆ, ਭੰਗੜੇ ਦੀ ਡਰੈਸ ਨਾਲ ਪਾਇਆ ਹੁੰਦਾ ਹੈ ਗਲੇ ਦੇ ਵਿੱਚ, ਉਹਨੂੰ ਕੈਂਠਾ ਕਹਿੰਦੇ ਆ। ਕੈਂਠਾ ਪਾਇਆ ਹੁੰਦਾ ਹੈ, ਚੰਦਰਮਾ ਪਾਇਆ ਹੁੰਦਾ ਹੈ ਤੇ ਤਖਤੀ ਤੇ ਨਮ ਪਾਇਆ ਹੁੰਦਾ ਹੈ। ਇਹ ਹੋ ਗਏ ਜੀ ਔਰਨਾਮੈਂਟਸ ਜਿਹੜੇ ਕਿ ਪੰਜਾਬ ਦੇ ਬੰਦੇ ਤੇ ਔਰਤਾਂ ਵੇਅਰ ਕਰਦੀਆਂ ਨੇ। ਉਸ ਤੋਂ ਬਾਅਦ ਹੈ ਜੀ ਅਗਰ ਆਪਾਂ ਗੱਲ ਕਰੀਏ ਆਰਟ ਐਂਡ ਕਰਾਫਟ ਦੀ, ਤੇ ਆਰਟ ਐਂਡ ਕਰਾਫਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਨੇ। ਫਸਟ ਹੈ ਪੀੜੀ। ਪੀੜੀ ਜੀ ਉਹ ਸਾਡੇ ਆਮ ਘਰਾਂ ਦੇ ਵਿੱਚ ਪੀੜੀਆਂ ਹੁੰਦੀਆਂ ਨੇ ਜਿਹੜੇ ਕਿ ਸਮੋਲ ਸਟੂਲਸ ਹੁੰਦੇ ਨੇ, ਤੇ ਮੋਸਟਲੀ ਉਹ ਲੱਕੜ ਦੇ ਬਣੇ ਹੁੰਦੇ ਨੇ। ਸੋ ਵੁਡਨ ਹੁੰਦੇ ਆ, ਛੋਟੇ ਛੋਟੇ ਸਟੂਲਸ ਹੁੰਦੇ ਨੇ, ਉਹਨਾਂ ਨੂੰ ਆਪਾਂ ਪੀੜੀ ਕਹਿੰਦੇ ਨੇ। ਫਿਰ ਆਉਂਦੀ ਹੈ ਡੋਲਸ। ਡੋਲਸ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਉਹ ਜਾਂ ਤਾਂ ਕਲੇ, ਮਿੱਟੀ ਦੀਆਂ ਬਣੀਆਂ ਹੁੰਦੀਆਂ, ਜਾਂ ਫਿਰ ਉਹ ਕਲੋਥ ਦੀ ਬਣੀ ਹੁੰਦੀ, ਜਾਂ ਫਿਰ ਕਾਟਨ ਡੋਲਸ ਹੁੰਦੀਆਂ। ਮੋਸਟਲੀ ਇਹ ਦੇਖਣ ਨੂੰ ਮਿਲਦੀ ਆ, ਮੇਲੇ 'ਚ ਚੱਲ ਜਾਓ ਡੋਲਸ ਦੇਖੋਗੇ ਤੁਹਾਨੂੰ ਇਹਨਾਂ ਚੀਜ਼ਾਂ ਦੀਆਂ ਹੀ ਬਣੀਆਂ ਉੱਥੇ ਦਿਖਣਗੀਆਂ। ਫਿਰ ਆਉਂਦੀ ਹੈ ਜੀ ਬਾਸਕੇਟਰੀ। ਬਾਸਕਿਟਸ ਦੇਖੀਆਂ ਹੋਣਗੀਆਂ ਤੁਸੀਂ, ਕਾਫੀ ਵਾਰੀ ਮੇਲੇ 'ਚ ਸ਼ੋਪਸ ਲੱਗੀਆਂ ਹੁੰਦੀਆਂ, ਬਾਸਕਿਟਸ ਉੱਥੇ ਵਿਕਦੀਆਂ ਹੁੰਦੀਆਂ। ਉਹ ਕਿੱਦਾਂ ਬਣਦੀਆਂ, ਹੈਂਡ ਫੈਨ ਹੁੰਦਾ, ਪੇਸ਼ਾਵਰੀ ਪੱਖਾ ਹੁੰਦਾ ਜਿਹਨੂੰ ਆਪਾਂ ਕਹਿੰਦੇ ਹੈਂਡ ਫੈਨ ਨੂੰ ਪੇਸ਼ਾਵਰੀ ਪੱਖਾ ਬੋਲਦੇ ਆ। ਫਿਰ ਉਸ ਤੋਂ ਬਾਅਦ ਕੁੰਦਲਦਾਰ ਪੱਖੀ ਹੁੰਦੀ ਹੈ, ਓਸੀਅਰ ਬਾਸਟ, ਸਰਕੰਡਾ ਹੁੰਦਾ ਜਿਹੜਾ ਕਿ ਸਟਰੋ ਇੰਟਰਵੂਵਨ ਨੂੰ ਕੌਰਨ ਹਸਕ ਦੇ ਨਾਲ ਮਿਲਾ ਕੇ ਬਣਾਇਆ ਜਾਂਦਾ। ਫਿਰ ਉਸ ਤੋਂ ਬਾਅਦ ਪਰਾਂਦਾ। ਪਰਾਂਦਾ ਔਰਤਾਂ ਜਿਹੜੀਆਂ ਆਪਣੇ ਵਾਲਾਂ ਦੇ ਵਿੱਚ ਲਗਾਉਂਦੀਆਂ, ਜਦੋਂ ਗੁੱਤ ਕਰਦੀਆਂ ਉਹਨਾਂ ਦੇ ਵਿੱਚ ਉਹ ਪਰਾਂਦਾ ਲਗਾਉਂਦੀਆਂ ਪੰਜਾਬਣਾਂ। ਪੰਜਾਬੀ ਵੂਮਨ ਵੇਅਰ ਹੁੰਦਾ ਹੈ। ਫਿਰ ਆਉਂਦਾ ਜੀ ਪੇਪਰ ਮੈਸ਼ੀ। ਪੇਪਰ ਦੇ ਨਾਲ ਕਈ ਕਲਾਕ੍ਰਿਤੀਆਂ ਬਣਾਈਆਂ ਜਾਂਦੀਆਂ ਨੇ। ਨੀਡਡ ਵਿਦ ਮਡ ਕੰਟੇਨਰ, ਟੋਇਸ ਐਟਸੈਕਟਰਾ। ਇਹਦੇ 'ਚ ਕੀ ਕਰਦੇ ਆ, ਪੇਪਰ ਨੂੰ ਮਡ ਦੇ ਨਾਲ, ਮਿੱਟੀ ਦੇ ਵਿੱਚ ਨਾ ਪੇਪਰ ਨੂੰ ਗੁੰਨ ਲਿੱਤਾ ਜਾਂਦਾ ਤੇ ਉਹਦੇ ਨਾਲ ਕਾਫੀ ਕੁਝ ਬਣਾਇਆ ਜਾਂਦਾ, ਜਿੱਦਾਂ ਕੰਟੇਨਰਸ ਬਣਾਉਂਦੇ ਆ, ਟੋਇਸ ਬਣਾਉਂਦੇ ਆ, ਕਾਫੀ ਮੂਰਤੀਆਂ ਬਣਾਈਆਂ ਗਈਆਂ ਹੁੰਦੀਆਂ। ਇਹ ਸਾਨੂੰ ਮੇਲਿਆਂ 'ਚ ਦੇਖਣ ਨੂੰ ਬਹੁਤ ਮਿਲਦਾ। ਫਿਰ ਆਉਂਦਾ ਵੁੱਡ ਵਰਕ। ਵੁੱਡ ਵਰਕ ਜਿਹੜਾ ਹੈ ਬਹੁਤ ਫੇਮਸ ਹੈ ਪੰਜਾਬ ਦਾ, ਜਿਹਦੇ ਵਿੱਚ ਪਾਵੇ ਬਣਦੇ ਆ, ਪੀੜੀਆਂ ਬਣਦੀਆਂ, ਪੇਰਾਸ ਬਣਦੇ ਆ, ਜਿਹਨਾਂ ਨੂੰ ਮੋਸਟਲੀ ਲੋ ਸੀਟਸ ਹੁੰਦੇ ਜਿਹੜੇ, ਠੀਕ ਹੈ। ਫਿਰ ਮੈਟਲ ਵਰਕ ਜਿਹੜਾ ਉਹ ਅੰਮ੍ਰਿਤਸਰ ਦਾ ਮੈਟਲ ਵਰਕ ਬਹੁਤ ਫੇਮਸ ਹੈ, ਜਿਹਦੇ ਵਿੱਚ ਕਾਸਟਿੰਗ ਕੀਤੀ ਜਾਂਦੀ, ਸੋਲਡਰਿੰਗ ਕੀਤੀ ਜਾਂਦੀ ਹੈ, ਪੀਸਡ ਵਰਕ ਕੀਤਾ ਜਾਂਦਾ। ਫਿਰ ਆਉਂਦਾ ਚੌਕ ਪੂਰਨਾ। ਇਹ ਤੁਸੀਂ ਸੁਣਿਆ ਹੋਏਗਾ ਚੌਕ ਪੂਰਨਾ। ਸੋ ਇਹ ਇੱਕ ਆਰਟ ਹੈ ਜਿਹੜਾ ਕਿ ਮਿੱਟੀ ਦੇ ਨਾਲ ਕੀਤਾ ਜਾਂਦਾ ਹੈ। ਜਦੋਂ ਅਸੀਂ ਪਿੰਡ 'ਚ ਜਾਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਕੰਧਾਂ ਜਿਹੜੀਆਂ ਉਹ ਮਿੱਟੀ ਨਾਲ ਲਿਪੀਆਂ ਹੋਈਆਂ ਹੁੰਦੀਆਂ। ਉਹ ਮਿੱਟੀ ਦਾ ਲੇਪਨ ਨੂੰ ਚੌਕ ਪੂਰਨਾ ਕਿਹਾ ਜਾਂਦਾ ਹੈ, ਤੇ ਇਹ ਆਮ ਤੌਰ 'ਤੇ ਪਿੰਡਾਂ ਦੇ ਵਿੱਚ ਕੀਤਾ ਜਾਂਦਾ। ਵਾਲਸ ਵੀ ਮਿੱਟੀ ਨਾਲ ਲਿਪੀਆਂ ਹੁੰਦੀਆਂ, ਮੋਸਟਲੀ ਐਂਟਰੈਂਸ ਵੀ ਮਿੱਟੀ ਨਾਲ ਹੀ ਲਿਪੀਆਂ ਹੁੰਦੀਆਂ ਉੱਥੇ। ਸੋ ਇਹਨੂੰ ਚੌਕ ਪੂਰਨਾ ਕਿਹਾ ਜਾਂਦਾ। ਫਿਰ ਜਿਹੜਾ ਲੈਦਰ ਕਰਾਫਟ ਹੈ ਪੰਜਾਬ ਦਾ, ਉਹਦੇ ਵਿੱਚ ਆ ਜਾਂਦੀਆਂ ਜੁੱਤੀਆਂ, ਕੋਲਾਪੁਰੀਆਂ ਤੇ ਖੁੱਸਾ। ਖੁੱਸਾ ਜਿਹੜੀ ਹੈ ਮੋਸਟਲੀ ਬੰਦੇ ਹੀ ਵੇਅਰ ਕਰਦੇ ਨੇ। ਫਿਰ ਆਉਂਦੀ ਹੈ ਫੁਲਕਾਰੀ। ਫੁਲਕਾਰੀ ਜਿਹੜੀ ਪੰਜਾਬਣਾਂ ਨੇ ਬਹੁਤ ਵੇਅਰ ਕਰਦੀਆਂ ਨੇ। ਇਹ ਮੋਸਟਲੀ ਫਲਾਰ ਵਰਕ ਹੁੰਦਾ ਜਿਹੜਾ ਕਿ ਇੱਕ ਚੁੰਨੀ ਦੇ ਉੱਪਰ ਕੀਤਾ ਜਾਂਦਾ। ਵੀਵਿੰਗ ਦੇ ਵਿੱਚ ਦਰੀਆਂ ਬਣਾਈਆਂ ਜਾਂਦੀਆਂ ਨੇ, ਜਿਹਦੇ ਉੱਤੇ ਬਹੁਤ ਵਧੀਆ ਵਧੀਆ ਕਲਾਕਾਰੀ ਕੀਤੀ ਜਾਂਦੀ ਹੈ। ਫਲੋਰ ਦੇ ਉੱਪਰ ਵਿਛਾਈਆਂ ਜਾਂਦੀਆਂ, ਕਾਟਨ ਬੈੱਡ 'ਤੇ ਵਿਛਾਈ ਜਾਂਦੀ ਹੈ ਦਰੀਆਂ, ਉਹਦੇ ਉੱਤੇ ਬਹੁਤ ਸੋਹਣੇ ਸੋਹਣੇ ਕਲਾ ਨਾਲ ਬਣਾਈਆਂ ਗਿਆ ਹੁੰਦੀਆਂ। ਕਈ ਵਾਰੀ ਡੋਲਸ ਬਣਾਈਆਂ ਹੁੰਦੀਆਂ, ਕਈ ਵਾਰੀ ਕੋਈ ਕਲਾਕ੍ਰਿਤੀਆਂ ਬਣਾਈਆਂ ਹੁੰਦੀਆਂ ਬਹੁਤ। ਫਿਰ ਆਉਂਦਾ ਨੀਡਲ ਵਰਕ। ਨੀਡਲ ਵਰਕ ਦੇ ਵਿੱਚ ਬਾਗ ਆ ਜਾਂਦੇ, ਫੁਲਕਾਰੀਆਂ ਆ ਜਾਂਦੀਆਂ, ਰੁਮਾਲ ਆ ਜਾਂਦੇ, ਸਕਾਫ ਆ ਜਾਂਦੇ, ਉਹਨਾਂ ਦੇ ਉੱਤੇ ਬਹੁਤ ਸੋਹਣਾ ਸੋਹਣਾ ਕੰਮ ਕੀਤਾ ਹੁੰਦਾ। ਹੁਣ ਆਉਂਦੇ ਆ ਪੰਜਾਬ ਦੇ ਫੋਕ ਡਾਂਸ।
ਕਾਫੀ ਫੋਕ ਡਾਂਸ ਨੇ ਪੰਜਾਬ ਦੇ, ਕੁਛ ਮੇਲ ਕਰਦੇ ਨੇ, ਕੁਛ ਫੀਮੇਲ ਕਰਦੀਆਂ ਨੇ ਤੇ ਕੁਛ ਦੋਨੋਂ ਰਲ ਕੇ ਵੀ ਕਰਦੇ ਨੇ। ਸੋ ਪਹਿਲੇ ਅਸੀਂ ਪੜ੍ਹ ਲੈਂਦੇ ਹਾਂ ਜਿਹੜੇ ਫੋਕ ਡਾਂਸ ਬੰਦੇ ਕਰਦੇ ਨੇ। ਸੋ ਫੋਕ ਡਾਂਸ ਫॉर ਮੇਲਸ, ਇਹਨਾਂ ਵਿੱਚ ਸਭ ਤੋਂ ਪਹਿਲਾ ਨਾਮ ਹੈ ਭੰਗੜਾ। ਭੰਗੜਾ ਹਾਲਾਂਕਿ ਫੀਮੇਲਸ ਵੀ ਕਰ ਲੈਂਦੀਆਂ ਨੇ, ਪਰ ਉਹਨਾਂ ਦੀਆਂ ਕੁਛ ਟਾਈਪਸ ਹੁੰਦੀਆਂ ਅੱਗੇ। ਸੋ ਮੇਲਸ ਆਪਾਂ ਪੜ੍ਹ ਲਈਏ, ਭੰਗੜਾ ਕਰਦੇ ਨੇ ਪ੍ਰੋਪਰ ਭੰਗੜਾ, ਖਿੱਚਣ, ਡੰਕਾਰਾ ਜਿਹਨੂੰ ਕਿ ਡਾਂਗ ਦੇ ਨਾਲ ਕਰਦੇ ਡੰਕਾਰਾ, ਧਮਾਲ ਕਰਦੇ ਨੇ, ਗੱਤਕਾ, ਗੱਤਕਾ ਜਿਹੜਾ ਕਿ ਸਵੋਰਡ ਡਾਂਸ ਹੁੰਦਾ, ਸਟਾਰਟ ਕੀਤਾ ਸੀ ਗੁਰੂ ਹਰਗੋਬਿੰਦ ਸਿੰਘ ਜੀ ਨੇ। ਗੱਤਕਾ ਬਹੁਤ ਫੇਮਸ ਹੈ ਪੰਜਾਬ ਦਾ, ਔਰ ਖਟਕਾ ਵੀ ਕਿਹਾ ਜਾਂਦਾ ਇਹਨੂੰ। ਫਿਰ ਆਉਂਦਾ ਟਿੱਪਰੀ ਡਾਂਸ ਜਿਹੜਾ ਪੰਜਾਬ ਦਾ ਹੈ। ਫਿਰ ਆਉਂਦਾ ਝੂਮਰ। ਮਲਵਈ ਗਿੱਧਾ ਆ ਜਾਂਦਾ, ਓਰੀਜੀਨੇਟ ਕੀਤਾ ਸੀਗਾ ਫਰੋਮ ਚੱਥਾ ਵਿਲੇਜ ਹੈ ਪੰਜਾਬ ਦਾ, ਜਿਹੜਾ ਕਿ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਪੈਂਦਾ ਹੈ। ਉੱਥੋਂ ਇਹ ਓਰੀਜੀਨੇਟ ਹੋਇਆ ਸੀ। ਕਿਹੜਾ ਹੋਇਆ ਸੀ? ਮਲਵਈ ਗਿੱਧਾ ਹੋਇਆ ਸੀ। ਕੌਣ ਕਰਦਾ? ਮੇਲਸ ਕਰਦੇ ਆ ਪੰਜਾਬ ਦੇ। ਜੁਗਨੀ, ਲੁੱਟੀ, ਸਿਆਲਕੋਟੀ, ਮਿਰਜ਼ਾ, ਇਹ ਸਾਰੇ ਜੀ ਹੋ ਗਏ ਮੇਲਸ ਦੇ। ਫਿਰ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਔਰਤਾਂ ਦੀ, ਤਾਂ ਔਰਤਾਂ ਦੇ ਜਿਹੜੇ ਫੋਕ ਡਾਂਸ ਹੈਗੇ ਉਹਨਾਂ 'ਚੋਂ ਪਹਿਲਾ ਹੈਗਾ ਸੰਮੀ, ਜਿਹੜਾ ਕਿ ਪਾਕਿਸਤਾਨ ਤੋਂ ਓਰੀਜੀਨੇਟ ਹੋਇਆ, ਪਾਕਿਸਤਾਨ ਦੇ ਸੈਂਟਰਲ ਬਾਰ 'ਚੋਂ, ਉੱਥੋਂ ਇਹ ਓਰੀਜੀਨੇਟ ਹੋਇਆ। ਫਿਰ ਆਉਂਦਾ ਗਿੱਧਾ, ਮੋਸਟ ਫੇਮਸ ਫੋਕ ਡਾਂਸ ਆਫ ਪੰਜਾਬ, ਦੈਟ ਇਜ਼ ਡਨ ਬਾਈ ਫੀਮੇਲਸ, ਦੈਟ ਇਜ਼ ਗਿੱਧਾ। ਇਹਨੂੰ ਰਿੰਗ ਡਾਂਸ ਵੀ ਕਿਹਾ ਜਾਂਦਾ। ਕੁਐਸਚਨ ਆਉਂਦਾ ਵੀ ਹੈ ਰਿੰਗ ਡਾਂਸ ਕਿਹਨੂੰ ਕਿਹਾ ਜਾਂਦਾ? ਸੋ ਗਿੱਧਾ ਨੂੰ ਕਿਹਾ ਜਾਂਦਾ। ਫਿਰ ਆਉਂਦਾ ਜਾਗੋ। ਜਾਗੋ ਦੇ ਵਿੱਚ ਦੇਖੋ ਜੀ ਬਹੁਤ ਸਾਰੀਆਂ ਟਾਈਪਸ ਆ ਜਾਂਦੀਆਂ ਜਾਗੋ ਦੇ ਵਿੱਚ। ਸੋ ਜਾਗੋ ਫੀਮੇਲਸ ਕਰਦੀਆਂ, ਕਿੱਕਲੀ, ਕਿੱਕਲੀ ਵੀ ਫੀਮੇਲਸ ਕਰਦੀਆਂ। ਹੁਣ ਜਿਹੜੇ ਕਿ ਮੇਲ ਤੇ ਫੀਮੇਲਸ ਦੋਨੋਂ ਮਿਲ ਕੇ ਕਰਦੇ ਨੇ, ਉਹ ਆਉਂਦੀ ਹੈ ਜੀ ਕਰਥੀ, ਹਾਰਵੈਸਟ ਸੀਜ਼ਨ ਦੇ ਵਿੱਚ ਕੀਤੀ ਜਾਂਦੀ ਹੈ। ਦੂਸਰਾ ਹੁੰਦਾ ਜਿੰਦੂਆ, ਲਵ ਆਫ ਮਾਈ ਲਾਈਫ, ਇਹਦੇ ਵਿੱਚ ਦੋਨੋਂ ਪੇਅਰ ਦੇ ਵਿੱਚ ਕਪਲ ਡਾਂਸ ਕਰਦੇ ਨੇ, ਜਿੰਦੂਆ। ਫਿਰ ਆਉਂਦਾ ਡੰਡਸ। ਇਹ ਸਾਰੇ ਹੋ ਗਏ ਫੋਕ ਡਾਂਸਿਸ। ਫਿਰ ਹੁਣ ਅਸੀਂ ਗੱਲ ਕਰਦੇ ਹਾਂ ਮੇਲਿਆਂ ਬਾਰੇ, ਫੇਅਰਸ। ਹੁਣ ਜਿਹੜੇ ਜਿਹੜੇ ਫੇਅਰਸ ਇੰਪੋਰਟੈਂਟ ਨੇ ਪੰਜਾਬ ਦੇ, ਮੇਨ ਹੁੰਦੇ ਨੇ, ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ। ਪਹਿਲਾ ਹੈਗਾ ਜੀ ਕਿਲ੍ਹਾ ਰਾਏਪੁਰ ਸਪੋਰਟਸ ਫੈਸਟੀਵਲ। ਪਿੱਛੇ ਆਪਾਂ ਹੈਰੀਟੇਜ ਫੈਸਟੀਵਲ ਦੇ ਵਿੱਚ ਪੜ੍ਹਿਆ ਸੀਗਾ ਕਿਲ੍ਹਾ ਰਾਏਪੁਰ ਸਪੋਰਟਸ ਦਾ, ਤੇ ਉਹਦੇ ਬਾਰੇ ਸਪੋਰਟਸ ਫੈਸਟੀਵਲ ਹੈ। ਕਿੱਥੇ ਹੁੰਦਾ? ਕਿਲ੍ਹਾ ਰਾਏਪੁਰ, ਲੁਧਿਆਣਾ ਦੇ ਵਿੱਚ ਹੁੰਦਾ ਹੈ। ਇਹਨੂੰ ਰੂਰਲ ਓਲੰਪਿਕਸ ਵੀ ਕਿਹਾ ਜਾਂਦਾ। ਫਿਰ ਆਉਂਦਾ ਮਾਘੀ ਮੇਲਾ, ਜਿਹੜਾ ਕਿ ਮਕਰ ਸੰਕ੍ਰਾਂਤੀ ਦੇ ਦਿਨ ਹੁੰਦਾ, 14 ਜਨਵਰੀ ਨੂੰ ਹੁੰਦਾ ਹੈ ਮਾਘੀ ਮੇਲਾ। ਕਿੱਥੇ ਹੁੰਦਾ? ਮੁਕਤਸਰ ਦੇ ਵਿੱਚ ਹੁੰਦਾ। ਇਹ ਜਦੋਂ 40 ਮੁਕਤੇ ਫਾਈਟ ਕੀਤੀ ਸੀ, 40 ਮੁਕਤਿਆਂ ਨੇ ਫਾਈਟ ਕੀਤੀ ਸੀ 29 ਦਸੰਬਰ 1705 ਨੂੰ, ਉਦੋਂ ਤੋਂ ਸਟਾਰਟ ਹੋਇਆ ਸੀ। ਮੁਕਤਸਰ ਦੇ ਵਿੱਚ ਹੁੰਦਾ, ਉਹਨਾਂ ਦੀ ਯਾਦ ਦੇ ਵਿੱਚ ਕੀਤਾ ਜਾਂਦਾ। ਫਿਰ ਆਉਂਦਾ ਰੋਸ਼ਨੀ ਫੇਅਰ। ਇਹ ਜਿਹੜੇ ਮੈਂ ਲਿਖਿਆ ਨਾ ਬ੍ਰੈਕਟਸ ਦੇ ਵਿੱਚ ਨਾਮ, ਮਕਰ ਸੰਕ੍ਰਾਂਤੀ ਹੋ ਗਿਆ, ਪੀਰ ਅਬਦੁਲ ਕਾਦਰ ਚਲਾਨੀ ਹੋ ਗਿਆ, ਸੀਤਲਾ ਮਾਤਾ ਜੈਗਰੀ ਕੇਕਸ ਹੋ ਗਿਆ, ਗੁੱਗਾ ਪੀਰ ਜੀ ਹੋ ਗਏ, ਇਹ ਸਾਰੇ ਯਾਦ ਰੱਖਣੇ ਆ। ਇਹ ਇੰਪੋਰਟੈਂਟ ਹੈ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਪੁੱਛੇ ਜਾਂਦੇ ਨੇ। ਸੋ ਰੋਸ਼ਨੀ ਫੇਅਰ ਦੀ ਗੱਲ ਕਰ ਰਹੇ ਸੀ। ਰੋਸ਼ਨੀ ਫੇਅਰ ਜਿਹੜਾ ਹੈ ਇਹ ਜਗਰਾਓਂ ਲੁਧਿਆਣਾ ਦੇ ਵਿੱਚ ਹੁੰਦਾ। ਤੇ ਕਿਉਂ ਮਨਾਇਆ ਜਾਂਦਾ? ਕਿਹਨਾਂ ਦੀ ਯਾਦ 'ਚ ਮਨਾਇਆ ਜਾਂਦਾ? ਪੀਰ ਅਬਦੁਲ ਕਾਦਰ ਚਲਾਨੀ ਦੀ ਯਾਦ 'ਚ ਮਨਾਇਆ ਜਾਂਦਾ। ਅਗਲਾ ਹੈ ਜੀ ਜਰਾਗ ਮੇਲਾ, ਜਿਹੜਾ ਕਿ ਸ਼ੀਤਲਾ ਮਾਤਾ ਦਾ ਮੇਲਾ ਹੈ, ਜਰਾਗ ਮੇਲਾ। ਤੇ ਇਹਦੇ ਵਿੱਚ ਗੁਲਗੁਲੇ ਹੁੰਦੇ ਨਾ, ਉਹਨਾਂ ਨੂੰ ਜੈਗਰੀ ਕੇਕਸ ਕਿਹਾ ਜਾਂਦਾ। ਗੁਲਗੁਲੇ ਬਣਾ ਕੇ ਲੈ ਕੇ ਜਾਂਦੇ ਨੇ। ਪਾਇਲ ਲੁਧਿਆਣਾ ਦੇ ਵਿੱਚ ਇਹ ਮਨਾਇਆ ਜਾਂਦਾ। ਫਿਰ ਉੱਤੋਂ ਆਉਂਦਾ ਛੱਪੜ ਮੇਲਾ। ਇਹ ਗੁੱਗਾ ਪੀਰ ਜੀ ਹੈਗੇ ਜਿਹੜੇ, ਉਹਨਾਂ ਦਾ ਮੇਲਾ ਹੈ, ਉਹਨਾਂ ਦੀ ਅਰਾਧਨਾ ਕਰਦੇ, ਇਹਦੇ ਵਿੱਚ ਲੁਧਿਆਣੇ ਦੇ ਵਿੱਚ ਹੁੰਦਾ। ਫਿਰ ਆਉਂਦਾ ਕਿਸਾਨ ਮੇਲਾ, ਇਹ ਵੀ ਲੁਧਿਆਣੇ ਵਿੱਚ ਹੁੰਦਾ। ਫਿਰ ਆਉਂਦਾ ਮੇਲਾ ਗਾਦਰੀ ਬਾਬਿਆਂ ਦਾ, ਇਹ ਜਲੰਧਰ ਵਿਖੇ ਹੁੰਦਾ। ਫਿਰ ਹਰਬੱਲਭ ਕਲਾਸੀਕਲ ਮਿਊਜ਼ੀਕਲ ਫੈਸਟ, ਇਹ ਹੁੰਦਾ ਹੈ ਜੀ ਦੇਵੀ ਤਲਾਬ ਮੰਦਿਰ। ਆਪਾਂ ਪਿੱਛੇ ਟੈਂਪਲਸ ਦੇ ਵਿੱਚ ਦੇਵੀ ਤਲਾਬ ਮੰਦਿਰ ਬਾਰੇ ਪੜ੍ਹਿਆ, ਜਿੱਥੇ ਸ਼ਕਤੀਪੀਠ ਹੈ, ਮਾਤਰਪੁਰ ਮਾਲਿਨੀ ਵਿਰਾਜਮਾਨ ਨੇ। ਉਹ ਵਾਲਾ ਦੇਵੀ ਤਲਾਬ ਮੰਦਿਰ ਜਲੰਧਰ ਦੇ ਵਿੱਚ ਹਰਬੱਲਭ ਕਲਾਸੀਕਲ ਮਿਊਜ਼ਿਕ ਫੈਸਟ ਹਰ ਸਾਲ ਮਨਾਇਆ ਜਾਂਦਾ ਹੈ। ਨੈਕਸਟ ਹੈ ਹੋਲਾ ਮਹੱਲਾ, ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ। ਆਪਾਂ ਪਿੱਛੇ ਪੜ੍ਹਿਆ ਸੀ ਫੈਸਟੀਵਲਸ ਦੇ ਵਿੱਚ ਹੋਲਾ ਮਹੱਲਾ ਸਟਾਰਟ ਕੀਤਾ ਸੀਗਾ। ਕਿੱਥੇ ਕੀਤਾ ਸੀ? ਸ਼੍ਰੀ ਅਨੰਦਪੁਰ ਸਾਹਿਬ ਕੀਤਾ ਸੀ। ਤਾਂ ਉਹ ਮੇਲਾ ਅਨੰਦਪੁਰ ਸਾਹਿਬ ਇੱਥੋਂ ਯਾਦ ਕਰ ਸਕਦੇ ਹਾਂ। ਫਿਰ ਆਉਂਦਾ ਹੈ ਅਰਸ ਆਫ ਸ਼ੇਖ ਅਹਿਮਦ ਰੋਜ਼ਾ ਸ਼ਰੀਫ, ਸਰਹੰਦ ਦੇ ਵਿੱਚ ਮਨਾਇਆ ਜਾਂਦਾ। ਸ਼ਹੀਦੀ ਜੋੜ ਮੇਲਾ ਯੰਗ ਸਾਹਿਬਜ਼ਾਦਿਆਂ ਦੀ ਯਾਦ 'ਚ ਮਨਾਇਆ ਜਾਂਦਾ। ਸ਼ਹੀਦੀ ਜੋੜ ਮੇਲਾ ਸਰਹੰਦ ਦੇ ਵਿੱਚ ਮਨਾਇਆ ਜਾਂਦਾ। ਵਿਸਾਖੀ ਫੇਅਰ, ਇਹ ਜਿਹੜੇ ਹੈਗੇ ਤਖਤ ਯਾਦ ਕਰਨੇ, ਇੱਥੇ ਇਹ ਵਾਲੇ ਤਖਤਾਂ 'ਤੇ ਮਨਾਇਆ ਜਾਂਦਾ। ਤਖਤ ਸ਼੍ਰੀ ਦਮਦਮਾ ਸਾਹਿਬ, ਤਖਤ ਸ਼੍ਰੀ ਤਲਵੰਡੀ ਸਾਬੋ, ਤਖਤ ਸ਼੍ਰੀ ਅਕਾਲ ਤਖਤ। ਫਿਰ ਆਉਂਦਾ ਹੈਦਰ ਸ਼ੇਖ ਮੇਲਾ, ਮਲੇਰਕੋਟਲਾ ਦੇ ਵਿੱਚ ਮਨਾਇਆ ਜਾਂਦਾ। ਬਾਬਾ ਸੋਟਲ ਮੇਲਾ ਜਲੰਧਰ ਦੇ ਵਿੱਚ ਮਨਾਇਆ ਜਾਂਦਾ। ਆਪਾਂ ਟੈਂਪਲਸ ਦੇ ਵਿੱਚ ਬਾਬਾ ਸੋਟਲ ਦਾ ਮੰਦਿਰ ਵੀ ਪੜ੍ਹਿਆ ਸੀ, ਉਹੀ ਬਾਬਾ ਸੋਟਲ ਨੇ, ਉਹਨਾਂ ਦਾ ਮੇਲਾ ਲੱਗਦਾ ਜਲੰਧਰ ਦੇ ਵਿੱਚ ਲੱਗਦਾ। ਫਿਰ ਆਉਂਦੇ ਖਾਣ ਪੀਣ ਦੀ ਗੱਲ, ਕੁਜ਼ੀਨਸ ਦੇ ਬਾਰੇ ਪੜ੍ਹਦੇ ਹਾਂ। ਸੋ ਪੰਜਾਬੀ ਕੁਜ਼ੀਨ ਇਜ਼ ਅ
culinary style originating in the Punjab region in the northern part of the Indian subcontinent, which is now divided in an Indian part and a Pakistani part. So this cuisine has a rich tradition of many distinct and local ways of cooking. One is a special form of tandoori cooking. Cuisine ਦੀ ਗੱਲ ਕਰੀਏ ਤਾਂ ਪੰਜਾਬ ਦਾ ਜੋ ਮੇਨ ਚੀਜ਼ ਆ ਉਹ ਹੈ ਤੰਦੂਰੀ ਕੁਕਿੰਗ, ਜਿਹੜਾ ਕਿ ਹੁਣ ਪੰਜਾਬ 'ਚ ਤਾਂ ਫੇਮਸ ਹੈ ਹੀ ਹੈ, ਉੱਥੋਂ ਤਾਂ ਓਰੀਜੀਨੇਟ ਹੋਇਆ। ਪੰਜਾਬ ਤੋਂ ਇਲਾਵਾ ਇੰਡੀਆ ਦੇ ਅਦਰ ਪਾਰਟਸ 'ਚ ਵੀ ਹੁਣ ਇਹ ਫੈਲ ਚੁੱਕਿਆ, ਯੂਕੇ ਦੇ ਵਿੱਚ ਵੀ ਹੈ, ਕੈਨੇਡਾ ਦੇ ਵਿੱਚ ਵੀ ਹੈ, ਹਾਂਗਕਾਂਗ 'ਚ ਵੀ ਹੈ, ਤੇ ਕਾਫੀ ਹਿੱਸਿਆਂ 'ਚ ਹੈ ਦੁਨੀਆ ਦੇ। ਸੋ ਤੰਦੂਰੀ ਕੁਕਿੰਗ ਬਹੁਤ ਫੇਮਸ ਹੋ ਚੁੱਕੀ ਹੈ ਪੰਜਾਬ ਦੀ। ਫਿਰ ਪੰਜਾਬ ਇਜ਼ ਅ ਮੇਜਰ ਪ੍ਰੋਡਿਊਸਰ ਆਫ ਵੀਟ। ਪੰਜਾਬ ਜਿਹੜਾ ਹੈ ਮੇਜਰ ਪ੍ਰੋਡਿਊਸਰ ਹੈ ਵੀਟ ਦਾ, ਰਾਈਸ ਦਾ ਤੇ ਡੇਰੀ ਪ੍ਰੋਡਕਟਸ ਦਾ, ਮੇਨਲੀ ਡੇਰੀ ਪ੍ਰੋਡਕਟਸ ਦਾ ਬਹੁਤ ਵੱਡਾ ਪ੍ਰੋਡਿਊਸਰ ਹੈ ਪੰਜਾਬ। ਥੀਸ ਪ੍ਰੋਡਕਟ ਆਲਸੋ ਫਾਰਮਸ ਦ ਸਟੈਪਲ ਡਾਈਟ ਆਫ ਪੰਜਾਬੀ ਪੀਪਲ। ਇਹ ਵਾਲੇ ਜਿਹੜੇ ਪ੍ਰੋਡਕਟਸ ਹੈ ਇਹਨਾਂ ਤੋਂ ਬਗੈਰ ਪੰਜਾਬੀ ਪੀਪਲ ਦੀ, ਪੰਜਾਬੀ ਬੰਦਿਆਂ ਦੀ ਡਾਈਟ ਪੂਰੀ ਨਹੀਂ ਮੰਨੀ ਜਾਂਦੀ। ਇਹ ਕਾਮਨ ਚੀਜ਼ਾਂ ਨੇ ਜਿਨ੍ਹਾਂ ਤੋਂ ਬਗੈਰ ਇਹ ਆਪਣੀ ਮੀਲ ਨੂੰ ਪੂਰਾ ਨਹੀਂ ਸਮਝਦੇ। ਸੋ ਦ ਸਟੇਟ ਆਫ ਪੰਜਾਬ ਹੈਜ਼ ਵਨ ਆਫ ਦ ਹਾਈਐਸਟ ਕੈਪੀਟਾ ਯੂਸੇਜ ਆਫ ਡੇਰੀ ਪ੍ਰੋਡਕਟਸ ਇਨ ਇੰਡੀਆ। ਪੰਜਾਬ ਹੀ ਇੱਕ ਇੱਦਾਂ ਦੀ ਸਟੇਟ ਹੈ ਜਿਹੜੀ ਡੇਰੀ ਪ੍ਰੋਡਕਟਸ ਦਾ ਸਭ ਤੋਂ ਜ਼ਿਆਦਾ यूज़ करती है। देयरफॉर डेयरी प्रोडक्ट्स फॉर्म एन इंपॉर्टेंट कंपोनेंट ऑफ पंजाबी डाइट। सो ब्रेकफास्ट रेसिपीज़ की अगर गल कर लीए विद रिस्पैक्ट टू डिफरेंट रीजनस विद इन पंजाब वेरीज। कॉमन वनस अगर ब्रेकफास्ट की गल करिए तो ब्रेकफास्ट के चना मसाला बनाते हैं, नान खाते हैं, छोले कुलचे खाते हैं, मेनली आलू परांठा बहुत फेमस है इत्थे दा। सो आलू परांठा तो ये खाते ही खाते हैं, नाल परांठे अलग अलग टाइप के होंगे हैं वो भी खाते जाते हैं, जिदा कि पनीर परांठा हो गया, गोभी परांठा, परांठा दही के नाल सिंपल वाला खा लेंगे ने, परांठा विद बटर दे घी नाल खा लेंगे, बटर नाल खा लेंगे ने, हलवा पूरी खा लेंगे, भटूरे, फालूदा, मक्खनी दूध, अमृतसरी लस्सी, मसाला चाय, टी, अमृतसरी कुलचा, दही वड़ा, दही खोया, आलू परांठा विद बटर, पंजीरी, ये सब चीज़ां ने जिहड़ियां कि कॉमन वनस है ब्रेकफास्ट रेसिपीज़ ने पंजाब दे विच नाश्ते 'ਚ खाइयां ਜਾਂਦੀਆਂ ਨੇ। ਹੁਣ ਜਿਹੜਾ ਕਿ ਪੰਜਾਬ ਦੇ ਵਿੱਚ ਲੋਕੀ ਜਿਹੜੇ ਜਾਨਵਰਾਂ ਦਾ ਮੀਟ ਖਾਣਾ ਪਸੰਦ ਕਰਦੇ ਨੇ ਉਹ ਹੈਗੇ ਪੋਲਟਰੀ, ਲੈਂਬ ਤੇ ਗੋਟ ਦਾ ਮੀਟ ਬਹੁਤ ਪਸੰਦ ਕੀਤਾ ਜਾਂਦਾ ਨੇ। ਪੰਜਾਬੀ ਬਹੁਤ ਮੀਟ ਖਾਂਦੇ ਨੇ ਇਹਨਾਂ ਜਾਨਵਰਾਂ ਦਾ। ਸੋ ਪਨੀਰ ਦੀ ਗੱਲ ਕਰੀਏ ਤਾਂ ਪਨੀਰ ਬਹੁਤ ਤਰ੍ਹਾਂ ਦੇ ਬਣਾਏ ਜਾਂਦੇ ਨੇ। ਪਨੀਰ ਦੀਆਂ ਰੈਸਪੀਜ਼ ਹੋ ਗਈਆਂ, ਜਿੱਦਾਂ ਸ਼ਾਹੀ ਪਨੀਰ ਹੋ ਗਿਆ, ਖੋਇਆ ਪਨੀਰ, ਪਨੀਰ ਕੋਫਤਾ, ਇਹ ਸਾਰੀਆਂ ਪਨੀਰਸ ਦੀਆਂ ਰੈਸਪੀਜ਼ ਨੇ। ਮਟਰ ਪਨੀਰ, ਅੰਮ੍ਰਿਤਸਰੀ ਪਨੀਰ, ਪਨੀਰ ਪਰਾਂਠਾ, ਇਹ ਸਾਰੇ ਖਾਏ ਜਾਂਦੇ ਨੇ। ਸੋ ਇੱਥੇ ਆ ਮੈਂ ਪ੍ਰੋਪਰ ਪੰਜਾਬੀ ਥਾਲੀ ਸ਼ੋ ਕੀਤੀ ਹੈ ਜਿਹਦੇ ਵਿੱਚ ਵੀਟ ਹੈ, 2 ਸਬਜ਼ੀਆਂ ਹੈ, ਪਨੀਰ ਵੀ ਹੈ, ਦਾਲ ਵੀ ਹੈ ਤੇ ਸਲਾਦ ਹੈ ਤੇ ਪਾਪੜ ਹੈ। ਇੱਕ ਪ੍ਰੋਪਰ ਪੰਜਾਬੀ ਥਾਲੀ ਹੁੰਦੀ ਹੈ। ਫਿਰ ਆਪਾਂ ਲੈਗਿਊਮਸ ਦੀ ਗੱਲ ਕਰੀਏ, ਲੈਗਿਊਮਸ ਹੋ ਗਿਆ ਜਿੱਦਾਂ ਕਿ ਦਾਲਾਂ ਹੋ ਗਈਆਂ, ਛੋਲੇ ਹੋ ਗਏ, ਇਹ ਹੁਣ ਇਹ ਜਿਹੜੇ ਲੈਗਿਊਮਸ ਹੁੰਦੇ ਆ, ਬਲੈਕ ਗ੍ਰਾਮ ਹੋ ਗਏ, ਇਹ ਜਾਂ ਤਾਂ ਅਸੀਂ ਇਕੱਲੇ ਇਕੱਲੇ ਵੀ ਬਣਾ ਕੇ ਖਾ ਲੈਂਦੇ ਹਾਂ ਜਾਂ ਫਿਰ ਇਹਨਾਂ ਦੇ ਕੋਂਬੀਨੇਸ਼ਨਸ ਵੀ ਯੂਜ਼ ਕਰਕੇ ਖਾ ਲੈਂਦੇ ਹਾਂ, ਜਿੱਦਾਂ ਕਿ ਰਾਜਮਾਂਹ ਦੇ ਨਾਲ ਮਾਂਹ ਦੀ ਦਾਲ ਹੋ ਗਈ। ਸੋ ਇਹ ਕੋਂਬੀਨੇਸ਼ਨ ਦੇ ਵਿੱਚ ਵੀ ਖਾਧੇ ਜਾਂਦੇ ਨੇ ਅਤੇ ਇਕੱਲੇ ਇਕੱਲੇ ਵੀ ਖਾਧੇ ਜਾਂਦੇ ਨੇ ਇੱਥੇ। ਫਿਰ ਮੋਸਟ ਫੇਮਸ ਡਿਸ਼ ਆਫ ਪੰਜਾਬ ਇਜ਼ ਸਾਗ, ਅ ਵੈਰਾਈਟੀ ਆਫ ਲੀਫੀ ਗ੍ਰੀਨਸ। ਸਾਗ ਇੱਕ ਪੱਤਿਆਂ ਦੀ ਸਬਜ਼ੀ ਹੁੰਦੀ ਹੈ ਜਿਹਦੇ ਵਿੱਚ ਸਪਿਨਚ, ਪਾਲਕ ਵੀ ਪਾਈ ਜਾਂਦੀ ਹੈ ਅਤੇ ਮਸਟਰਡ ਗ੍ਰੀਨਸ ਵੀ ਪਾਏ ਜਾਂਦੇ। ਟਿਪੀਕਲੀ ਕੁਕਡ ਡਾਊਨ ਟੂ ਅ ਸਟਿਊ, tempered with ginger, tomato, onion, garlic, chilies and other spices and often enriched with paneer or cream। ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਸਾਗ ਦੀ ਸਬਜ਼ੀ ਬਣਾਈ ਜਾਂਦੀ ਹੈ ਔਰ ਇਹ ਮੱਕੀ ਦੀ ਰੋਟੀ ਨਾਲ ਖਾਣ ਦਾ ਬਹੁਤ ਆਨੰਦ ਆਉਂਦਾ। ਸੋ ਇਹਨੂੰ ਸਾਗ ਦੇ ਵਿੱਚ ਫਲੇਵਰ ਪਾਉਣ ਲਈ ਬਥੂਏ ਦਾ ਯੂਜ਼ ਕੀਤਾ ਜਾਂਦਾ, ਜਿਹਨੂੰ ਕਿ ਅਸੀਂ ਬਾਥੂ ਵੀ ਕਹਿ ਦਿੰਦੇ ਹਾਂ। ਸੋ ਇਹ ਫਲੇਵਰ ਲਿਆਉਣ ਵਾਸਤੇ ਬਥੂਆ ਯੂਜ਼ ਕੀਤਾ ਜਾਂਦਾ। ਇਟ ਇਜ਼ ਸਰਵਡ ਵਿਦ ਬਟਰ ਔਨ ਟੋਪ। ਇਹਦੇ ਵਿੱਚ ਜਦੋਂ ਇਹਨੂੰ ਸਰਵ ਕੀਤਾ ਜਾਂਦਾ ਇਹਦੇ ਉੱਪਰ ਘਿਓ ਪਾ ਦਿੱਤਾ ਜਾਂਦਾ ਅਤੇ ਮੱਕੀ ਦੀ ਰੋਟੀ ਨਾਲ ਇਹਨੂੰ ਖਾਇਆ ਜਾਂਦਾ। ਸਾਗ ਇਜ਼ ਅ ਵਿੰਟਰ ਐਂਡ ਸਪਰਿੰਗ ਡੈਲੀਕੇਸੀ। ਇਹ ਨੋਰਮਲੀ ਨਵੰਬਰ ਤੋਂ ਲੈ ਕੇ ਮਾਰਚ ਤੱਕ ਖਾਧਾ ਜਾਂਦਾ। ਇਟ ਇਜ਼ ਵਨ ਆਫ ਦ ਮੋਸਟ ਪੋਪੂਲਰ ਡਿਸ਼ਿਜ਼ ਆਫ ਪੰਜਾਬ। Indian subcontinent based spices are used in Punjabi cuisine which are ground in the mortar and pestle or the food processor.
ਸੋ ਇਹ ਇੱਥੇ ਇੱਕ ਮੈਂ ਪਿਕ ਸ਼ੋ ਕੀਤੀ ਹੈ ਜਿਹਦੇ ਵਿੱਚ ਇੱਦਾਂ ਦੇ ਤੁਸੀਂ ਦੇਖੇ ਹੋਣਗੇ ਆਪਣੇ ਘਰਾਂ ਦੇ ਵਿੱਚ ਜਾਂ ਫਿਰ ਪਿੰਡਾਂ ਦੇ ਵਿੱਚ ਬਹੁਤ ਅੱਜ ਵੀ ਯੂਜ਼ ਕੀਤੇ ਜਾਂਦੇ ਨੇ। ਇਹਨਾਂ ਦੇ ਵਿੱਚ ਸਪਾਈਸਿਸ ਨੂੰ ਕੁੱਟਿਆ ਜਾਂਦਾ ਹੈ, ਉਹਨਾਂ ਨੂੰ ਗ੍ਰਾਈਂਡ ਕੀਤਾ ਜਾਂਦਾ ਹੈ। ਸੋ ਇਹ ਯੂਜ਼ ਕੀਤੇ ਜਾਂਦੇ ਆ ਪੰਜਾਬ ਦੇ ਵਿੱਚ। ਕੁਕਿੰਗ ਮੈਥਡਸ ਦੀ ਅਗਰ ਆਪਾਂ ਗੱਲ ਕਰੀਏ, ਸੋ ਟ੍ਰੈਡੀਸ਼ਨਲ ਸਟੋਵਸ ਜਿਹੜੇ ਹੁੰਦੇ ਸੀ ਉਹਨਾਂ ਨੂੰ ਸਟੋਵਸ ਜਾਂ ਫਿਰ ਓਵਨਸ ਜਿਹੜੇ ਕਿ ਯੂਜ਼ ਕੀਤੇ ਜਾਂਦੇ ਸੀਗੇ ਪੰਜਾਬੀ ਫੂਡ ਦੇ ਨੂੰ ਬਣਾਉਣ ਵਾਸਤੇ, ਉਹ ਇੰਕਲੂਡ ਹੁੰਦਾ ਸੀ ਚੁੱਲ੍ਹਾ। ਆਹ ਫੋਟੋ 'ਚ ਤੁਸੀਂ ਦੇਖ ਸਕਦੇ ਹੋ, ਆਹ ਚੁੱਲ੍ਹਾ ਹੈ। ਚੁੱਲ੍ਹਾ ਯੂਜ਼ ਕੀਤਾ ਜਾਂਦਾ ਸੀ, ਭੱਠੀ ਯੂਜ਼ ਕੀਤੀ ਜਾਂਦੀ ਸੀ, ਹਾਰਾ ਹੁੰਦਾ ਸੀ, ਤੰਦੂਰ ਹੁੰਦਾ ਸੀ। ਆਹ ਚਾਰ ਹੁੰਦੇ ਸੀ ਜਿਹੜੇ ਕਿ ਐਜ਼ ਅ ਸਟੋਵ ਔਰ ਓਵਨ ਯੂਜ਼ ਕੀਤੇ ਜਾਂਦੇ ਸੀ। ਟ੍ਰੈਡੀਸ਼ਨਲ ਹੈਗੇ ਨੇ ਇਹ। ਤੇ ਅੱਜ ਕੱਲ੍ਹ ਜਿਹੜੇ ਯੂਜ਼ ਕੀਤੇ ਜਾਂਦੇ ਉਹ ਪ੍ਰੈਸ਼ਰ ਕੁੱਕਰ ਯੂਜ਼ ਕੀਤੇ ਜਾਂਦੇ ਤੇ ਆਇਰਨ ਗ੍ਰਿਡਲ ਯੂਜ਼ ਕੀਤੇ ਜਾਂਦੇ ਨੇ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ। ਸੋ ਇਹ ਸੀ ਪੰਜਾਬ ਦਾ ਕਲਚਰ, ਜਿਹੜੇ ਕਿ ਪਾਰਟ 9 ਤੇ ਪਾਰਟ 10 ਨੂੰ ਮਿਲਾ ਕੇ ਅੱਜ ਮੈਂ ਕਵਰ ਕਰ ਦਿੱਤਾ ਹੈ, ਜਿਹਦੇ ਵਿੱਚ ਮੈਂ ਡਿਸਕਸ ਕੀਤਾ ਗੁਰਦੁਆਰਿਆਂ ਬਾਰੇ, ਟੈਂਪਲਸ, ਗੁਰੂ, ਫੋਕ ਡਾਂਸਿਸ, ਫੈਸਟੀਵਲਸ, ਫੇਅਰਸ, cuisines, ਆਰਟ ਐਂਡ ਕਰਾਫਟ ਐਟਸੈਟਰਾ। ਇਹਨਾਂ ਸਭ ਬਾਰੇ ਮੈਂ ਡਿਸਕਸ ਕੀਤਾ। ਸੋ ਇਹਨਾਂ ਦੇ ਪੁਆਇੰਟ ਆਫ ਵਿਊ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇਹਨਾਂ 'ਚ ਬਹੁਤ ਕੁਐਸਚਨਸ ਆਉਂਦੇ ਨੇ। ਸੋ ਇਹਨਾਂ ਨੂੰ ਛੱਡ ਕੇ ਬਿਲਕੁਲ ਨਹੀਂ ਜਾਣਾ ਹੈ। ਸੋ ਆਈ ਹੋਪ ਤੁਹਾਨੂੰ ਵੀਡੀਓ ਬਹੁਤ ਬਹੁਤ ਪਸੰਦ ਆਈ ਹੋਏਗੀ। ਸੋ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਦਿਓ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਥੈਂਕਸ ਫॉर ਵਾਚਿੰਗ। ਮਿਲਦੇ ਹਾਂ ਹਿਸਟਰੀ ਆਫ ਪੰਜਾਬ ਪਾਰਟ 11 'ਚ।